Good morning, dear students. Today we will discuss about human brain. ਮਨੁੱਖੀ ਦਿਮਾਗ। ਮਨੁੱਖ ਦਾ ਦਿਮਾਗ ਕਿਵੇਂ ਫੰਕਸ਼ਨ ਕਰਦਾ ਹੈ ਤੇ ਕਿਹੜੇ ਇਸ ਦੇ ਪਾਰਟ ਹਨ, ਇਹ ਅੱਜ ਅਸੀਂ ਡਿਸਕਸ ਕਰਾਂਗੇ। ਕੱਲ੍ਹ ਅਸੀਂ ਪੜ੍ਹਿਆ ਸੀ ਰਿਫਲੈਕਸ ਐਕਸ਼ਨ। ਇਜ਼ ਰਿਫਲੈਕਸ ਐਕਸ਼ਨ ਦੀ ਓਨਲੀ ਫੰਕਸ਼ਨ ਆਫ ਸਪਾਈਨਲ ਕੋਡ? ਕੀ ਰਿਫਲੈਕਸ ਐਕਸ਼ਨ ਸਿਰਫ ਸਪਾਈਨਲ ਕੋਡ ਦਾ ਫੰਕਸ਼ਨ ਹੈ? ਬੇਸ਼ੱਕ ਇਸ ਨੂੰ ਸਪਾਈਨਲ ਕੋਡ ਹੀ ਕਰਦੀ ਹੈ, ਬਟ ਇਹ ਨਹੀਂ ਕਿ ਬ੍ਰੇਨ ਕੋਲ ਇਸ ਦੀ ਇਨਫੋਰਮੇਸ਼ਨ ਨਹੀਂ ਹੈ। ਬ੍ਰੇਨ ਕੋਲ ਇਨਫੋਰਮੇਸ਼ਨ ਹੁੰਦੀ ਹੈ, ਉਸ ਨੂੰ ਪਤਾ ਹੁੰਦਾ ਹੈ ਕਿ ਸਪਾਈਨਲ ਕੋਡ ਨੇ ਇਹ ਫੰਕਸ਼ਨ ਕੀਤਾ ਹੈ। ਸੋ ਆਨਸਰ ਅਸੀਂ ਇਸ ਦਾ ਯੈਸ ਨਹੀਂ ਕਹਿ ਸਕਦੇ ਕਿ ਸਿਰਫ ਸਪਾਈਨਲ ਕੋਡ ਹੀ ਕਰਦੀ ਹੈ, ਬ੍ਰੇਨ ਇਸ ਦੇ ਵਿੱਚ ਇਨਵੋਲਵ ਨਹੀਂ ਹੈ। ਸੋ ਆਨਸਰ ਇਜ਼ ਓਬਵੀਅਸਲੀ ਨਾਟ। ਸਿੰਸ ਵੀ ਨੋ ਦੈਟ ਵੀ ਆਰ ਥਿੰਕਿੰਗ ਬੀਇੰਗ, ਕਿਉਂਕਿ ਅਸੀਂ ਜਾਣਦੇ ਹਾਂ ਕਿ ਅਸੀਂ ਇੱਕ ਸੋਚਣ ਵਾਲੇ ਹਾਂ, ਅਸੀਂ ਇੱਕ ਸੋਚ ਰੱਖਦੇ ਹਾਂ, ਸਾਡੇ ਕੋਲ ਸੋਚਣ ਦੀ ਕਪੈਸਿਟੀ ਹੈ। ਸਪਾਈਨਲ ਕੋਡ ਕੀ ਹੈ? ਸਪਾਈਨਲ ਕੋਡ ਇਜ਼ ਮੇਡ ਅਪ ਆਫ ਨਰਵਸ। ਇਹ ਉਹਨਾਂ ਨਾੜੀਆਂ ਦੀ ਬਣੀ ਹੁੰਦੀ ਹੈ ਵਿਚ ਸਪਲਾਈ ਇਨਫੋਰਮੇਸ਼ਨ ਟੂ ਥਿੰਕ ਅਬਾਊਟ, ਜਿਹੜੀਆਂ ਸੋਚਣ ਬਾਰੇ ਇਨਫੋਰਮੇਸ਼ਨ ਦਿੰਦੀਆਂ ਹਨ। ਸਪਾਈਨਲ ਕੋਡ ਉਹਨਾਂ ਨਾੜੀਆਂ ਦੀ ਹੁੰਦੀ ਹੈ ਜੋ ਸੋਚਣ ਬਾਰੇ ਇਨਫੋਰਮੇਸ਼ਨ ਦਿੰਦੀਆਂ ਹਨ। ਇਹੀ ਬਾਡੀ ਤੋਂ ਮੈਸੇਜ ਕਲੈਕਟ ਕਰਕੇ ਸਪਾਈਨਲ ਕੋਡ ਬ੍ਰੇਨ ਨੂੰ ਦਿੰਦੀ ਹੈ, ਅਤੇ ਬ੍ਰੇਨ ਨੇ ਜੋ ਸਿਗਨਲ ਮਸਲਜ਼ ਨੂੰ ਦੇਣਾ ਹੈ ਉਹ ਵੀ ਸਪਾਈਨਲ ਕੋਡ ਹੀ ਪ੍ਰੋਵਾਈਡ ਕਰਦੀ ਹੈ। ਸੋ ਵਿਦਾਊਟ ਬ੍ਰੇਨ ਇਕੱਲੀ ਸਪਾਈਨਲ ਕੋਡ ਫੰਕਸ਼ਨ ਨਹੀਂ ਕਰਦੀ। ਉਹ ਇੱਕ ਵੱਖਰੀ ਗੱਲ ਹੈ ਕਿ ਰਿਫਲੈਕਸ ਐਕਸ਼ਨ ਆ ਜਿਹੜਾ ਉਸ ਨੂੰ ਸਪਾਈਨਲ ਕੋਡ ਆਪਰੇਟ ਕਰਦੀ ਹੈ, ਪਰ ਬ੍ਰੇਨ ਨੂੰ ਉਸ ਦੀ ਇਨਫੋਰਮੇਸ਼ਨ ਹੁੰਦੀ ਹੈ। ਥਿੰਕਿੰਗ ਇਨਵੋਲਵਸ ਮੋਰ ਕੰਪਲੈਕਸ ਮਕੈਨਿਜ਼ਮ ਐਂਡ ਨਿਊਰਲ ਕਨੈਕਸ਼ਨ। ਸੋਚਣਾ ਇੱਕ ਬਹੁਤ ਹੀ ਗੁੰਝਲਦਾਰ ਪ੍ਰਕਿਰਿਆ ਹੈ। ਦੀਜ਼ ਆਰ ਕੰਸਨਟਰੇਟਡ ਇਨ ਬ੍ਰੇਨ। ਇਹ ਸਾਰਾ ਕੰਮ ਬ੍ਰੇਨ ਦੇ ਵਿੱਚ ਹੁੰਦਾ ਹੈ। ਕੰਸਨਟਰੇਸ਼ਨ ਸਾਰੀ ਇਹ ਬ੍ਰੇਨ ਦੇ ਵਿੱਚ ਹੁੰਦੀ ਹੈ। ਵਿਚ ਇਜ਼ ਦੀ ਮੇਨ ਕੋਆਰਡੀਨੇਟਰ ਸੈਂਟਰ ਆਫ ਦਾ ਬੋਡੀ। ਸੋ ਵਾਟ ਇਜ਼ ਹਿਊਮਨ ਬ੍ਰੇਨ? ਬ੍ਰੇਨ ਇਜ਼ ਦੀ ਮੇਨ ਕੋਆਰਡੀਨੇਟਿੰਗ ਸੈਂਟਰ ਆਫ ਦਾ ਬੋਡੀ। ਦੀ ਬ੍ਰੇਨ ਐਂਡ ਸਪਾਈਨਲ ਕੋਡ, ਇੱਕ ਬ੍ਰੇਨ ਅਤੇ ਨਾਲ ਸਪਾਈਨਲ ਕੋਡ ਦੋਨੋਂ ਮਿਲ ਕੇ ਕੀ ਬਣਾਉਂਦੇ ਹਨ? ਕੌਨਸਟੀਟਿਊਟ ਦੀ ਸੈਂਟਰਲ ਨਰਵਸ ਸਿਸਟਮ। ਸੈਂਟਰਲ ਨਰਵਸ ਸਿਸਟਮ ਬਣਾਉਂਦੇ ਹਨ, ਦੋਨੋਂ ਮਿਲ ਕੇ ਆਪਰੇਟ ਕਰਦੇ ਹਨ। ਦੇ ਰਿਸੀਵ ਇਨਫੋਰਮੇਸ਼ਨ ਫਰਾਮ ਆਲ ਪਾਰਟਸ ਆਫ ਦਾ ਬੋਡੀ ਐਂਡ ਇੰਟੈਗਰੇਟ ਇਟ। ਇਹ ਸਾਰੇ ਪਾਰਟਸ ਤੋਂ ਇਨਫੋਰਮੇਸ਼ਨ ਕਲੈਕਟ ਕਰਕੇ ਫਿਰ ਉਸ ਨੂੰ ਇੰਟੈਗਰੇਟ ਕਰਦੇ ਨੇ, ਇਕੱਠਾ ਕਰਦੇ ਨੇ, ਅਤੇ ਫਿਰ ਕੈਲਕੂਲੇਸ਼ਨ ਹੁੰਦੀ ਹੈ, ਫਿਰ ਐਕਸ਼ਨ ਹੁੰਦਾ ਹੈ। ਸੋ ਵੀ ਆਲਸੋ ਥਿੰਕ ਅਬਾਊਟ ਆਵਰ ਐਕਸ਼ਨਸ। ਰਾਈਟਿੰਗ, ਟਾਕਿੰਗ, ਮੂਵਿੰਗ ਏ ਚੇਅਰ, ਕਲੈਪਿੰਗ ਐਟ ਦਾ ਐਂਡ ਆਫ ਪ੍ਰੋਗਰਾਮ ਆਰ ਦਾ ਐਗਜ਼ਾਮਪਲਸ ਆਫ ਵੋਲੰਟਰੀ ਐਕਸ਼ਨਸ। ਲਿਖਣਾ, ਗੱਲਾਂ ਕਰਨੀਆਂ, ਇੱਕ ਚੇਅਰ ਨੂੰ ਮੂਵ ਕਰਨਾ, ਕਿਸੇ ਪ੍ਰੋਗਰਾਮ ਦੇ ਐਂਡ 'ਤੇ ਕਲੈਪਿੰਗ ਕਰਨੀ, ਇਹ ਅਸੀਂ ਆਪਣੀ ਮਰਜ਼ੀ ਨਾਲ ਕਰਦੇ ਹਾਂ। ਇਹ ਵੋਲੰਟਰੀ ਐਕਸ਼ਨਸ ਨੇ। ਵੋਲੰਟਰੀ ਐਕਸ਼ਨ ਜੋ ਹੁੰਦੇ ਨੇ ਜੋ ਅਸੀਂ ਆਪਣੀ ਇੱਛਾ ਅਨੁਸਾਰ ਕਰਦੇ ਹਾਂ, ਇਹਨਾਂ ਨੂੰ ਪੰਜਾਬੀ ਵਿੱਚ ਇੱਛਤ ਕਿਰਿਆਵਾਂ ਵੀ ਕਿਹਾ ਜਾਂਦਾ ਹੈ। ਇੱਛਾ ਅਨੁਸਾਰ ਜੋ ਕੰਮ ਕਰਦੇ ਹਾਂ ਉਹ ਵੋਲੰਟਰੀ ਐਕਸ਼ਨ ਹੁੰਦੇ ਹਨ। ਇੱਕ ਨੋਨ ਵੋਲੰਟਰੀ ਐਕਸ਼ਨ ਹੁੰਦੇ ਹਨ ਜੋ ਅਸੀਂ ਆਪਣੀ ਇੱਛਾ ਅਨੁਸਾਰ ਨਹੀਂ ਕਰਦੇ। ਤੁਸੀਂ ਇਹ 9th ਵਿੱਚ ਵੀ ਪੜ੍ਹਿਆ ਹੈ, ਜਿਵੇਂ ਬਲਿੰਕਿੰਗ ਆਫ ਆਈਜ਼, ਸਾਡੀਆਂ ਅੱਖਾਂ ਦਾ ਝਮਕਣਾ, ਫੂਡ ਦਾ ਡਾਈਜੈਸਟ ਹੋਣਾ, ਭੋਜਨ ਦਾ ਹਾਜ਼ਮ ਹੋਣਾ, ਅਤੇ ਹਾਰਟ ਬੀਟ ਚੱਲਣਾ, ਇਹ ਅਸੀਂ ਆਪਣੀ ਇੱਛਾ ਅਨੁਸਾਰ ਨਹੀਂ ਕਰਦੇ। ਇਹ ਹਨ ਨੋਨ ਵੋਲੰਟਰੀ ਐਕਸ਼ਨਸ। ਸੋ ਵੋਲੰਟਰੀ ਐਕਸ਼ਨਸ ਜੋ ਅਸੀਂ ਆਪਣੀ ਇੱਛਾ ਅਨੁਸਾਰ ਕਰਦੇ ਹਾਂ, ਵਿਚ ਆਰ ਬੇਸਡ ਔਨ ਡਿਸਾਈਡਿੰਗ। ਇਹ ਸਾਰਾ ਕਾਹਦੇ 'ਤੇ ਹੁੰਦਾ ਹੈ? ਡਿਸਾਈਡਿੰਗ। ਕਲੈਪਿੰਗ ਕਰਨੀ ਹੈ ਜਾਂ ਨਹੀਂ ਕਰਨੀ, ਲਿਖਣਾ ਹੈ ਤਾਂ ਕੀ ਲਿਖਣਾ ਹੈ, ਇੰਗਲਿਸ਼ ਲਿਖਣੀ ਹੈ ਜਾਂ ਮੈਥ ਲਿਖਣਾ ਹੈ, ਹਿੰਦੀ ਲਿਖਣਾ ਹੈ, ਪੰਜਾਬੀ ਲਿਖਣਾ ਹੈ, ਇਹ ਸਾਰਾ ਡਿਸਾਈਡ ਹੁੰਦਾ ਹੈ। ਸੋ ਬ੍ਰੇਨ
ਆਲਸੋ ਹੈਜ਼ ਟੂ ਸੈਂਡ ਮੈਸੇਜ ਟੂ ਦ ਮਸਲਸ। ਅਤੇ ਕੈਲਕੂਲੇਸ਼ਨ ਤੋਂ ਬਾਅਦ ਬ੍ਰੇਨ ਨੇ ਹੀ ਮੈਸੇਜ ਭੇਜਣਾ ਹੈ ਮਸਲਜ਼ ਨੂੰ ਕਿ ਕੀ ਕੰਮ ਕਰਨਾ ਹੈ। ਇੱਕ ਰਸਤੇ ਦੇ ਵਿੱਚ ਕੋਈ ਚੀਜ਼ ਡਿੱਗੀ ਪਈ ਹੈ, ਅਸੀਂ ਰੋਡ 'ਤੇ ਜਾ ਰਹੇ ਹਾਂ, ਰਸਤੇ ਵਿੱਚ ਕੋਈ ਇੱਟ ਪਈ ਹੈ, ਰੋੜਾ ਪਿਆ ਹੈ, ਅਤੇ ਅਸੀਂ ਸੋਚਾਂਗੇ, ਬ੍ਰੇਨ ਕੈਲਕੂਲੇਸ਼ਨ ਕਰੂਗਾ ਅਤੇ ਫਿਰ ਮਸਲ ਤੋਂ ਕੰਮ ਕਰਵਾਏਗਾ, ਸਾਡੇ ਹੱਥਾਂ ਤੋਂ। ਇਹ ਸਾਰਾ ਸਿਸਟਮ ਹੈ ਜੋ ਕੌਣ ਕੰਟਰੋਲ ਕਰਦਾ ਹੈ? ਬ੍ਰੇਨ ਕਰਦਾ ਹੈ। ਦਿਸ ਇਜ਼ ਦੀ ਸੈਕੰਡ ਵੇ ਇਨ ਵਿਚ ਨਰਵਸ ਸਿਸਟਮ ਕਮਿਊਨੀਕੇਟਸ ਵਿਦ ਦ ਮਸਲਸ। ਇਹ ਇੱਕ ਸੈਕੰਡ ਤਰੀਕਾ ਹੈ, ਨਰਵਸ ਸਿਸਟਮ ਹੈ ਜਿਹੜਾ ਉਹ ਮਸਲ ਦੇ ਨਾਲ ਕਮਿਊਨੀਕੇਟ ਕਰਦਾ ਹੈ, ਉਸ ਨਾਲ ਤਾਲਮੇਲ ਬਣਾ ਕੇ ਰੱਖਦਾ ਹੈ। ਦੀ ਕਮਿਊਨੀਕੇਸ਼ਨ ਬਿਟਵੀਨ ਦੀ ਸੈਂਟਰਲ ਨਰਵਸ ਸਿਸਟਮ ਤੁਸੀਂ ਉੱਪਰ ਪੜ੍ਹਿਆ ਹੈ। ਬ੍ਰੇਨ ਐਂਡ ਦੀ ਸਪਾਈਨਲ ਕੋਡ ਕੌਨਸਟੀਟਿਊਟ ਦੀ ਸੈਂਟਰਲ ਨਰਵਸ ਸਿਸਟਮ। ਦੋ ਚੀਜ਼ਾਂ ਨੂੰ ਮਿਲ ਕੇ ਬਣਦਾ ਬ੍ਰੇਨ ਐਂਡ ਸਪਾਈਨਲ ਕੋਡ। ਸੋ ਹੇਅਰ ਦੀ ਕਮਿਊਨੀਕੇਸ਼ਨ ਜੋ ਸੰਚਾਰ ਹੈ, ਲੈਣ ਦੇਣ ਹੈ ਬਿਟਵੀਨ ਸੈਂਟਰਲ ਨਰਵਸ ਸਿਸਟਮ ਐਂਡ ਅਦਰ ਪਾਰਟਸ ਆਫ ਬਾਡੀ, ਅਤੇ ਬਾਡੀ ਦੇ ਦੂਜੇ ਪਾਰਟ ਅਤੇ ਦਿਮਾਗ ਦੇ ਵਿੱਚ ਜਿਹੜਾ ਕਮਿਊਨੀਕੇਸ਼ਨ ਹੈ ਇਜ਼ ਫੈਸਿਲੀਟੇਟਡ ਬਾਏ ਦਾ ਪੈਰੀਫਲ ਨਰਵਸ ਸਿਸਟਮ ਕੰਸਿਸਟਿੰਗ ਆਫ ਕਰੈਨੀਅਲ ਨਰਵਸ। ਉਸ ਨੂੰ ਕੌਣ ਕਰਾਉਂਦਾ ਹੈ? ਕਰੈਨੀਅਲ ਨਰਵਸ। ਕਿੱਥੋਂ ਹੁੰਦੀਆਂ ਨੇ? ਰਾਈਜ਼ਿੰਗ ਸਟਾਰਟ ਹੁੰਦੀਆਂ ਨੇ ਫਰੋਮ ਦਾ ਬ੍ਰੇਨ ਐਂਡ ਦਾ ਸਪਾਈਨਲ ਨਰਵਸ ਅਰਾਉਂਡ ਫਰੋਮ ਦਾ ਸਪਾਈਨਲ ਕੋਡ। ਅਤੇ ਜਿਹੜੀਆਂ ਸਪਾਈਨਲ ਨਰਵਸ ਨੇ ਉਹ ਸਪਾਈਨਲ ਕੋਡ ਤੋਂ ਪ੍ਰੋਡਿਊਸ ਹੁੰਦੀਆਂ ਹਨ। ਦਸ ਬ੍ਰੇਨ ਅਲਾਉਜ਼ ਅਸ ਐਂਡ ਟੇਕ ਐਕਸ਼ਨ ਬੇਸਡ ਔਨ ਦਾ ਥਿੰਕਿੰਗ। ਇਸ ਲਈ ਜੋ ਵੀ ਐਕਸ਼ਨ ਕਰਨਾ ਹੈ ਬ੍ਰੇਨ ਦੀ ਥਿੰਕਿੰਗ ਤੋਂ ਬਾਅਦ ਹੋਣਾ ਹੈ, ਦਿਮਾਗ ਨੇ ਕੀ ਫੈਸਲਾ ਲਿਆ ਹੈ। ਸੋ ਡਿਫਰੈਂਟ ਪਾਰਟਸ ਆਫ ਬ੍ਰੇਨ ਰਿਸਪੋਂਸੀਬਲ ਫਾਰ ਇੰਟੈਗਰੇਟਿੰਗ ਡਿਫਰੈਂਟ ਇਨਪੁਟਸ ਐਂਡ ਆਊਟਪੁੱਟਸ। ਸੋ ਦਿਮਾਗ ਦੇ ਵੱਖਰੇ ਵੱਖਰੇ ਪਾਰਟ ਹਨ, ਬੜਾ ਕੰਪਲੈਕਸ ਡਿਜ਼ਾਈਨ ਇਸ ਵਿੱਚ ਹੋਇਆ ਹੈ। ਦੀ ਬ੍ਰੇਨ ਹੈਜ਼ 3 ਸੱਚ ਮੇਜਰ ਪਾਰਟਸ। ਬ੍ਰੇਨ ਦੇ 3 ਪਾਰਟ ਹਨ, ਫੋਰ ਬ੍ਰੇਨ, ਮਿਡ ਬ੍ਰੇਨ ਐਂਡ ਹਾਈਂਡ ਬ੍ਰੇਨ। ਫਾਰ ਮੀਨਸ ਅਗਲਾ ਹਿੱਸਾ, ਮਿਡ ਮੀਨਸ ਸੈਂਟਰਲ ਪਾਰਟ, ਹਾਈਂਡ ਮੀਨਸ ਪਿਛਲਾ ਹਿੱਸਾ। ਇਹ 3 ਪਾਰਟ ਹਨ, ਇਹਨਾਂ ਦੇ ਅਸੀਂ ਫੰਕਸ਼ਨ ਪੜ੍ਹਦੇ ਹਾਂ। ਫਾਰ ਬ੍ਰੇਨ ਕੀ ਕਰਦਾ ਹੈ? ਦੀ ਫਾਰ ਬ੍ਰੇਨ ਇਜ਼ ਦੀ ਮੇਨ ਥਿੰਕਿੰਗ ਪਾਰਟ ਆਫ ਦਾ ਬ੍ਰੇਨ। ਜਿੰਨਾ ਸੋਚਣ ਦਾ ਕੰਮ ਹੈ ਉਹ ਫਾਰ ਬ੍ਰੇਨ ਦੇ ਵਿੱਚ ਹੁੰਦਾ ਹੈ। ਇਟ ਹੈਜ਼ ਰੀਜ਼ਨਸ ਵਿਚ ਰਿਸੀਵ ਸੈਂਸਰੀ ਇੰਪਲਸਿਸ ਫਰੋਮ ਵੇਰੀਅਸ ਰਿਸੈਪਟਰਸ। ਸਾਡੇ ਜਿੰਨੇ ਸੈਂਸ ਔਰਗਨ ਹਨ, ਅੱਖਾਂ ਨੇ ਕੀ ਦੇਖਿਆ, ਕੰਨਾਂ ਨੇ ਕੀ ਸੁਣਿਆ, ਨੱਕ ਨੇ ਕੀ ਸਮੈਲ ਕੀਤਾ, ਕੀ ਟੇਸਟ ਕੀਤਾ, ਇਹ ਸਾਰੇ ਮੈਸੇਜ ਇਸ ਦੇ ਵਿੱਚ ਇੱਕ ਰੀਜਨ ਹੈ, ਉੱਥੇ ਸਾਰੀਆਂ ਜਿਹੜੀਆਂ ਇੰਪਲਸਿਸ ਨੇ ਉਹਨਾਂ ਨੂੰ ਇਹ ਰਿਸੀਵ ਕਰਦਾ ਹੈ, ਉੱਥੇ ਪਹੁੰਚਦੀਆਂ ਹਨ। ਸੈਪਰੇਟ areas of forebrain are specialized for heating, smell, sight and so on, feeling etc. ਇੱਕ ਸੈਪਰੇਟ ਏਰੀਆ ਫੋਰਬ੍ਰੇਨ ਦੇ ਵਿੱਚ ਬਣਿਆ ਹੋਇਆ ਹੈ, ਜਿੱਥੇ ਇਹ ਫੋਰਬ੍ਰੇਨ ਦੇ ਵਿੱਚ ਹੀਅਰਿੰਗ, ਸਮੈਲ, ਸਾਈਟ ਸਾਰਾ ਜਿਹੜਾ ਹੈ ਪਹੁੰਚਦਾ ਹੈ। ਦੇਅਰ ਆਰ ਸੈਪਰੇਟ ਏਰੀਆਜ਼ ਆਫ ਐਸੋਸੀਏਸ਼ਨ ਵੇਅਰ ਦੀ ਸੈਂਸਰੀ ਇਨਫੋਰਮੇਸ਼ਨ is interrupted by putting it together by the information from the receptors as well as the information that is already stored in brain. ਇੱਕ ਤਾਂ ਜਿਹੜੀ ਹੁਣੇ ਇਨਫੋਰਮੇਸ਼ਨ ਸਾਡੇ ਬਾਡੀ ਪਾਰਟਸ ਤੋਂ ਬ੍ਰੇਨ ਕੋਲ ਆਈ ਹੈ, ਅਤੇ ਇੱਕ ਜਿਹੜੀ ਆਲਰੈਡੀ ਸਾਡੇ ਬ੍ਰੇਨ ਦੇ ਵਿੱਚ ਪਈ ਹੈ। ਬੇਸਡ ਔਨ ਆਲ ਦਿਸ, ਉਹਨਾਂ ਸਾਰਿਆਂ ਨੂੰ ਦੇਖ ਕੇ ਇਹ ਡਿਸੀਜ਼ਨ ਇਜ਼ ਮੇਡ ਹਾਊ ਟੂ ਰਿਸਪੌਂਡ। ਇੱਕ ਡਿਸੀਜ਼ਨ ਬਣਾਇਆ ਜਾਂਦਾ ਹੈ ਕੀ ਰਿਸਪੌਂਸ ਦੇਣਾ ਹੈ। ਦੀ ਇਨਫੋਰਮੇਸ਼ਨ ਇਜ਼ ਪਾਸਡ ਔਨ ਦਾ ਮੋਟਰ ਏਰੀਆ। ਇਹ ਇੱਕ ਮੋਟਰ ਏਰੀਆ ਕੱਲ੍ਹ ਅਸੀਂ ਪੜ੍ਹਿਆ ਸੀ। ਦੀਜ਼ ਆਰ ਦਾ ਨਰਵਸ ਵਿਚ ਕੀਪਸ ਦਾ ਸਿਗਨਲ ਫਰੋਮ ਬ੍ਰੇਨ ਟੂ ਮਸਲ ਵਿਚ ਕੰਟਰੋਲ ਦਾ ਮੂਵਮੈਂਟ ਆਫ ਵਲੈਂਟਰੀ ਮਸਲਸ, ਜਿਹੜੀ ਵਲੈਂਟਰੀ ਮਸਲਸ ਨੂੰ ਕੰਟਰੋਲ ਕਰਦੀ ਹੈ।
ਜਿਵੇਂ ਕਿ ਅਸੀਂ ਕਲਾਸ ਵਿੱਚ ਕਿਵੇਂ ਬੈਠਣਾ ਹੈ ਅਤੇ ਅਰਦਾਸ ਵਿੱਚ ਕਿਵੇਂ ਖੜ੍ਹਨਾ ਹੈ, ਇਹ ਸਾਰਾ ਜਿਹੜਾ ਹੈ ਬ੍ਰੇਨ ਦੇ ਵਿੱਚ ਹੀ ਕੰਟਰੋਲ ਹੁੰਦਾ ਹੈ। ਪੋਸਚਰ ਇੱਕ ਵੱਖਰਾ ਹਿੱਸਾ ਹੈ, ਨੈਕਸਟ ਪੜ੍ਹਾਂਗੇ। ਫਾਰ ਐਗਜ਼ਾਮਪਲ our leg muscles, however certain sensation and distinct from seeing or hearing. For example, how do we know that we have eaten enough? ਸਾਨੂੰ ਕਿਵੇਂ ਪਤਾ ਲੱਗਿਆ ਕਿ ਅਸੀਂ ਕਾਫੀ ਖਾ ਚੁੱਕੇ ਹਾਂ। ਸੋ ਸਾਰੀ ਇਨਫੋਰਮੇਸ਼ਨ ਹੈ ਜਿਹੜੀ ਇਹ ਫਾਰ ਬ੍ਰੇਨ ਦੇ ਵਿੱਚ ਇੰਟੈਗਰੇਟ ਹੁੰਦੀ ਹੈ, ਕੈਲਕੂਲੇਟ ਹੁੰਦੀ ਹੈ। The sensation of feeling full is because of center associated with hunger which is separate part of the forebrain। ਇਹ ਵੀ forebrain ਦੇ ਵਿੱਚ ਇੱਕ separate part ਹੈ। ਸੋ ਜਿੰਨੀ ਇਨਫੋਰਮੇਸ਼ਨ ਸਾਨੂੰ ਕਰੰਟਲੀ ਮਿਲਦੀ ਹੈ ਅਤੇ ਜੋ ਪਹਿਲਾਂ ਦੀ ਇਨਫੋਰਮੇਸ਼ਨ ਪਈ ਹੁੰਦੀ ਹੈ, ਸਾਰਿਆਂ ਨੂੰ ਕੈਲਕੂਲੇਟ ਕਰਕੇ ਬ੍ਰੇਨ ਹੈ ਜਿਹੜਾ ਐਕਸ਼ਨ ਲੈਂਦਾ ਹੈ। ਸਟੱਡੀ ਦੀ ਲੈਵਲ ਡਾਇਆਗ੍ਰਾਮ ਆਫ ਹਿਊਮਨ ਬ੍ਰੇਨ। ਹਿਊਮਨ ਬ੍ਰੇਨ ਦੀ ਡਾਇਆਗ੍ਰਾਮ ਵੀ ਅਸੀਂ ਇੱਥੇ ਦੇਖਦੇ ਹਾਂ। ਇਹ ਫਾਰ ਬ੍ਰੇਨ ਹੈ, ਇਹ ਮਿਡ ਬ੍ਰੇਨ ਹੈ ਅਤੇ ਇਹ ਵਾਲਾ ਹਾਈਂਡ ਬ੍ਰੇਨ ਹੈ ਅਤੇ ਇਹ ਨੀਚੇ ਸਪਾਈਨਲ ਕੋਡ ਹੈ। ਇਸ ਦੇ ਵੱਖਰੇ ਵੱਖਰੇ ਪਾਰਟ ਹਨ। ਨਾਓ ਅਵਰ ਮਾਊਥ ਵਾਟਰਸ, ਸਾਡੇ ਮੂੰਹ ਵਿੱਚ ਪਾਣੀ ਆਉਂਦਾ ਹੈ। ਵੈਨ ਵੀ ਸੀ ਫੂਡ ਲਾਈਕ ਵਿਦਾਊਟ ਅਵਰ ਮੀਨਿੰਗ ਟੂ, ਅਵਰ ਹਾਰਟ ਬੀਟ ਵਿਦਾਊਟ ਅਵਰ ਥਿੰਕਿੰਗ। ਇਹ ਸਾਰੀਆਂ ਕਿਰਿਆਵਾਂ ਸਾਡੇ ਸੋਚਣ ਤੋਂ ਬਿਨਾਂ ਚੱਲਦੀਆਂ ਹਨ। ਹਾਰਟ ਬੀਟ, ਵੀ ਕੈਨਾਟ ਕੰਟਰੋਲ ਦੀਜ਼ ਐਕਸ਼ਨ ਈਜ਼ਲੀ ਬਾਈ ਥਿੰਕਿੰਗ ਅਬਾਊਟ ਦੈਮ ਈਵਨ ਇਫ ਵੀ ਵਾਂਟਡ ਟੂ। ਜੇ ਅਸੀਂ ਚਾਹੀਏ ਤਾਂ ਵੀ ਇਹਨਾਂ ਨੂੰ ਕੰਟਰੋਲ ਨਹੀਂ ਕਰ ਸਕਦੇ, ਜਿਵੇਂ ਅੱਖਾਂ ਦਾ ਝਮਕਣਾ। ਸੋ ਇਨ ਬਿਟਵੀਨ ਦੀ ਸਿੰਪਲ ਰਿਫਲੈਕਸ ਐਕਸ਼ਨ ਲਾਈਕ ਚੇਂਜ ਇਨ ਦਾ ਸਾਈਜ਼ ਆਫ ਪਿਊਪਲ, ਜੋ ਸਾਡੀਆਂ ਅੱਖਾਂ ਦਾ ਪਿਊਪਲ ਹੈ ਉਸ ਦੇ ਸਾਈਜ਼ ਦਾ ਚੇਂਜ ਹੋਣਾ, ਐਂਡ ਦੀ ਥਾਊਟ ਆਵਰ ਐਕਸ਼ਨ ਸੱਚ ਐਜ਼ ਮੂਵਿੰਗ ਏ ਚੇਅਰ, ਦੇਅਰ ਇਜ਼ ਐਨ ਅਦਰ ਸੈਟ ਆਫ ਮਸਲਸ ਓਵਰ ਵਿਚ ਵੀ ਡੂ ਨਾਟ ਹੈਵ ਐਨੀ ਥਿੰਕਿੰਗ ਕੰਟਰੋਲ। ਕਈ ਮਸਲ ਇਹੋ ਜਿਹੇ ਹਨ ਜਿਨ੍ਹਾਂ 'ਤੇ ਅਸੀਂ ਕੰਟਰੋਲ ਨਹੀਂ ਕਰਦੇ। ਮੈਨੀ ਆਫ ਦੀਜ਼ ਇਨਵੋਲੈਂਟਰੀ ਐਕਸ਼ਨਸ, ਦੀਜ਼ ਆਰ ਕਾਲਡ ਇਨਵੋਲੈਂਟਰੀ, ਜੋ ਇੱਛਾ ਅਨੁਸਾਰ ਹੁੰਦੇ ਹਨ ਵੋਲੈਂਟਰੀ ਐਕਸ਼ਨਸ, ਜੋ ਸਾਡੀ ਇੱਛਾ ਅਨੁਸਾਰ ਨਹੀਂ ਹੁੰਦੇ ਇਨਵੋਲੈਂਟਰੀ ਐਕਸ਼ਨਸ ਆਰ ਕੰਟਰੋਲਡ ਬਾਏ ਦਾ ਮਿਡ ਬ੍ਰੇਨ ਐਂਡ ਹਾਈਂਡ ਬ੍ਰੇਨ। ਇਸ ਨੂੰ ਫਾਰ ਬ੍ਰੇਨ ਕੰਟਰੋਲ ਨਹੀਂ ਕਰਦਾ, ਇਟ ਇਜ਼ ਕੰਟਰੋਲਡ ਬਾਏ ਮਿਡ ਬ੍ਰੇਨ ਐਂਡ ਹਾਈਂਡ ਬ੍ਰੇਨ। ਆਲ ਦੀਜ਼ ਇਨਵੋਲੈਂਟਰੀ ਐਕਸ਼ਨਸ ਇਨਕਲੂਡਿੰਗ, ਇਹਦੇ ਵਿੱਚ ਕੀ ਆ ਜਾਂਦਾ ਹੈ, ਬਲੱਡ ਪ੍ਰੈਸ਼ਰ, ਸੈਲੀਵੇਸ਼ਨ, ਸਾਡਾ ਮੂੰਹ ਗਿੱਲਾ ਰਹਿੰਦਾ ਹਰ ਟਾਈਮ, ਜੋ ਸਲਿਵਰੀ ਗਲੈਂਡਸ ਹਨ ਉਹ ਆਪਣਾ ਹਾਰਮੋਨਸ ਛੱਡਦੇ ਰਹਿੰਦੇ ਹਨ। ਵੋਮਿਟਿੰਗ ਆਰ ਕੰਟਰੋਲਡ ਬਾਏ ਦਾ ਮਡਿਊਲਾ ਇਨ ਦਾ ਹਾਈਂਡ ਬ੍ਰੇਨ। ਹਾਈਂਡ ਬ੍ਰੇਨ ਦੇ ਵਿੱਚ ਜੋ ਮਡਿਊਲਾ ਹੈ ਉਸ ਦੁਆਰਾ ਇਹ ਕੰਟਰੋਲ ਕੀਤਾ ਜਾਂਦਾ ਹੈ। ਵੋਮਿਟਿੰਗ, ਹਾਜ਼ਮ ਨਹੀਂ ਆਇਆ ਭੋਜਨ ਤਾਂ ਵੋਮਿਟਿੰਗ ਹੋ ਜਾਣੀ ਹੈ, ਇਹ ਹਾਈਂਡ ਬ੍ਰੇਨ ਕੰਟਰੋਲ ਕਰਦਾ ਹੈ। ਥਿੰਕ ਅਬਾਊਟ ਐਕਟੀਵਿਟੀਜ਼ ਲਾਈਕ ਵਾਕਿੰਗ ਇਨ ਸਟੇਟ ਲਾਈਨ, ਸਿੱਧਾ ਚੱਲਣਾ। ਪ੍ਰਿਆਰ ਦੇ ਵਿੱਚ ਅਸੀਂ ਦੇਖਦੇ ਹਾਂ ਰਾਈਡਿੰਗ ਏ ਬਾਈਸਾਈਕਲ, ਸਾਈਕਲ ਚਲਾਉਣਾ। ਪਿਕਿੰਗ ਅਪ ਏ ਪੈਨਸਲ, ਪੈਨਸਲ ਪਕੜਨਾ। ਦੀਜ਼ ਆਰ ਪੋਸੀਬਲ ਡਿਊ ਟੂ ਦਾ ਪਾਰਟ ਆਫ ਹਾਈਂਡ ਬ੍ਰੇਨ ਕਾਲਡ ਦਾ ਸੈਰੀਬਲਮ। ਇਹ ਇੱਕ ਹਾਈਂਡ ਬ੍ਰੇਨ ਦਾ ਪਾਰਟ ਹੈ ਜਿਸ ਨੂੰ ਸੈਰੀਬਲਮ ਕਿਹਾ ਜਾਂਦਾ ਹੈ। ਪੇਪਰ ਦੇ ਵਿੱਚ ਵੀ ਇਹ ਕੁਐਸਚਨ ਕਈ ਵਾਰ ਆਉਂਦਾ ਹੈ। ਇਟ ਇਜ਼ ਰਿਸਪੋਂਸੀਬਲ ਫਾਰ ਦਾ ਪ੍ਰਸੀਜਨ ਆਫ ਵੋਲੈਂਟਰੀ ਐਕਸ਼ਨਸ ਐਂਡ ਮੇਨਟੇਨਿੰਗ ਪੋਸਚਰ ਐਂਡ ਬੈਲੈਂਸ। ਕਿਹੜਾ ਗਲੈਂਡ ਹੈ ਜਿਹੜਾ ਪੋਸਚਰ ਅਤੇ ਬੈਲੈਂਸ ਨੂੰ ਮੇਨਟੇਨ ਕਰਦਾ ਹੈ, ਜਿਸ ਨਾਲ ਅਸੀਂ ਇਸ ਅਨੁਸ਼ਾਸਨ ਵਿੱਚ ਰਹਿੰਦੇ ਹਾਂ, ਦੈਟ ਇਜ਼ ਸੈਰੀਬਲਮ ਪਾਰਟ। ਕਿੱਥੇ ਹੁੰਦਾ ਹੈ, ਇਨ ਦਾ ਹਾਈਂਡ ਬ੍ਰੇਨ। ਸੋ ਇਹ ਡਿਫਰੈਂਟ ਐਕਸ਼ਨ ਸੀ। ਇਸ ਦੇ ਨਾਲ ਹੀ 2 ਟੋਪਿਕ ਪੜ੍ਹ ਕੇ ਅੱਜ ਦਾ ਜਿਹੜਾ ਲੈਕਚਰ ਹੈ ਖ਼ਤਮ ਕਰਾਂਗੇ ਆਪਾਂ ਬੇਟੇ। ਹਾਊ ਆਰ ਦੀਜ਼ ਟਿਸ਼ੂਜ਼ ਪ੍ਰੋਟੈਕਟਿਡ, ਇਹ ਜਿਹੜੇ ਟਿਸ਼ੂ ਹਨ ਬ੍ਰੇਨ,
ਸਪਾਈਨਲ ਕੋਡ, ਇਹ ਕਿਸ ਤਰ੍ਹਾਂ ਬਚੇ ਹੋਏ ਹਨ। A delicate organ like the brain, which is so important for the variety of activities, needs to be carefully protected. Brain ਇੰਨਾ ਸਾਡਾ ਜੋ ਇੰਪੋਰਟੈਂਟ ਔਰਗਨ ਹੈ, ਇਸ ਨੂੰ ਬਚਾਉਣਾ ਬੜਾ ਜ਼ਰੂਰੀ ਹੈ। ਫਾਰ ਦਿਸ ਦਾ ਬੋਡੀ ਇਜ਼ ਡਿਜ਼ਾਈਨਡ, ਬੋਡੀ ਇਸ ਤਰ੍ਹਾਂ ਕੁਦਰਤ ਨੇ ਡਿਜ਼ਾਈਨ ਕੀਤੀ ਹੈ। ਦੈਟ ਦਾ ਬ੍ਰੇਨ ਸੈਟਸ ਇਨਸਾਈਡ ਦਾ ਬੋਨੀ ਬਾਕਸ, ਬ੍ਰੇਨ ਸਾਡੇ ਇੱਕ ਬੋਨੀ ਬਾਕਸ ਦੇ ਅੰਦਰ ਸੈੱਟ ਹੈ। ਦੀ ਬ੍ਰੇਨ ਇਜ਼ ਕੰਟੇਨਡ ਇਨ ਏ ਫਲੂਇਡ ਫਿਲਡ ਬਲੂਨ ਵਿਚ ਪ੍ਰੋਵਾਈਡ ਫਰਦਰ ਸ਼ੌਕ ਅਬਜ਼ੋਰਬਸ਼ਨ। ਅਤੇ ਬ੍ਰੇਨ ਇੱਕ ਡਾਇਆਫ੍ਰਿਗਮ ਦੀ ਤਰ੍ਹਾਂ ਇੱਕ ਬਲਿਊਨਸ ਦੇ ਵਿੱਚ, ਬਲਿਊਨ ਲਾਈਕ ਸਟਰਕਚਰ ਦੇ ਵਿੱਚ ਪੈਕ ਹੈ। ਜੇਕਰ ਕੋਈ ਝਟਕਾ ਲੱਗਦਾ ਹੈ, ਸ਼ੌਕ ਲੱਗਦਾ ਹੈ, ਤਾਂ ਉਸ ਨੂੰ ਅਬਜ਼ੋਰਬ ਕਰਦਾ ਹੈ। ਇਫ ਯੂ ਰਨ ਯੂਅਰ ਹੈਂਡ down the middle of your back, you will feel a hard bumpy structure, ਜਿਸ ਨੂੰ ਅਸੀਂ ਰੀੜ੍ਹ ਦੀ ਹੱਡੀ ਵੀ ਕਹਿ ਦਿੰਦੇ ਹਾਂ। ਜੋ ਜੇ ਅਸੀਂ ਆਪਣੀ ਬੈਕ 'ਤੇ ਸੈਂਟਰ 'ਚ ਮੂਵ ਕਰੀਏ ਤਾਂ ਅਸੀਂ ਉਸ ਦੇ ਉੱਤੇ ਸਾਨੂੰ ਮਹਿਸੂਸ ਹੁੰਦੀ ਹੈ ਰੀੜ੍ਹ ਦੀ ਹੱਡੀ। ਇਹ ਇੱਕ ਕਾਲਮ ਹੈ, ਇੱਕ ਸਪੋਰਟ ਹੈ ਜਿਹੜੀ ਸਪਾਈਨਲ ਕੋਡ ਅਤੇ ਬ੍ਰੇਨ ਨੂੰ ਦਿੱਤੀ ਗਈ ਹੈ। ਦੇਅਰ ਇਜ਼ ਏ vertebral column or backbone which protects the spinal cord, ਜਿਹੜਾ ਸਪਾਈਨਲ ਕੋਡ ਨੂੰ ਬਚਾ ਕੇ ਰੱਖਦਾ ਹੈ। ਇਹ ਨੈਚੁਰਲੀ ਪ੍ਰੋਟੈਕਸ਼ਨ ਹੈ ਜਿਹੜੀ ਸਾਨੂੰ ਕੁਦਰਤ ਨੇ ਦਿੱਤੀ ਹੈ। ਬੋਨੀ ਬਾਕਸ, ਜਿਸ ਨੂੰ ਅਸੀਂ ਪੰਜਾਬੀ ਦੇ ਵਿੱਚ ਖੋਪੜੀ ਕਹਿ ਦਿੰਦੇ ਹਾਂ, ਉਹ ਇੱਕ ਪ੍ਰੋਟੈਕਸ਼ਨ ਹੈ। ਅਤੇ ਇੱਥੇ ਜਿਹੜੀਆਂ ਵਾਲਾਂ ਸਾਡੇ ਬ੍ਰੇਨ ਦੀਆਂ ਹਨ, ਨਾੜੀਆਂ ਹਨ, ਉਹ ਬੜੀਆਂ ਸੂਖਮ ਹਨ। ਇਸ ਲਈ ਉਹਨਾਂ ਨੂੰ ਪ੍ਰੋਟੈਕਸ਼ਨ ਵਾਸਤੇ ਸਾਡੇ ਜਿਹੜੇ ਸਿਰ 'ਤੇ ਵਾਲ ਹਨ, ਬਾਡੀ ਦਾ, ਬ੍ਰੇਨ ਦਾ ਟੈਂਪਰੇਚਰ ਵੀ ਮੇਨਟੇਨ ਰੱਖਦੇ ਹਨ। ਅਤੇ ਵਾਲਾਂ ਨੂੰ ਸਾਂਭਣ ਲਈ ਸਾਨੂੰ ਅੱਗੇ ਦਸਤਾਰ ਬਖਸ਼ੀ ਗਈ ਹੈ, ਇਹ ਵੱਖਰਾ ਮੈਟਰ ਹੈ। ਸੋ ਕੁਦਰਤੀ ਜਿਹੜੀ ਪ੍ਰੋਟੈਕਸ਼ਨ ਹੈ ਉਹ ਬ੍ਰੇਨ ਨੂੰ ਇਸ ਤਰ੍ਹਾਂ ਮਿਲੀ ਹੋਈ ਹੈ। ਹਾਊ ਡਜ਼ ਦੀ ਨਰਵ ਟਿਸ਼ੂ ਕਾਜ਼ ਐਕਸ਼ਨ, ਨਰਵ ਟਿਸ਼ੂ ਕਿਸ ਤਰ੍ਹਾਂ ਐਕਸ਼ਨ ਲੈਂਦੇ ਹਨ, ਇਹ ਬੜੀ ਡਿਟੇਲ 'ਚ ਪੜ੍ਹ ਚੁੱਕੇ ਹਾਂ। ਇੱਥੇ ਤੁਹਾਨੂੰ ਫਿਰ ਦੁਬਾਰਾ ਇੱਕ ਵਾਰ ਇਹ ਸਾਰਾ ਜੋ ਬ੍ਰੇਨ ਦਾ ਐਕਸ਼ਨ ਹੈ ਰਿਵਾਈਜ਼ ਹੋ ਜਾਣਾ ਹੈ ਥੋੜ੍ਹੀਆਂ ਲਾਈਨਾਂ ਵਿੱਚ। ਵੀ ਹੈਵ ਬੀਨ ਟਾਕਿੰਗ ਅਬਾਊਟ ਦਾ ਨਰਵਸ ਟਿਸ਼ੂ, ਹਾਊ ਇਟ ਕਲੈਕਟਸ ਇਨਫੋਰਮੇਸ਼ਨ, ਇਹ ਕਿਵੇਂ ਇਨਫੋਰਮੇਸ਼ਨ ਕਲੈਕਟ ਕਰਦਾ ਹੈ। ਨਿਊਰੋਨ ਇੱਕ ਪਾਰਟ ਹੈ ਜਿਸ ਦਾ ਅੱਗੇ ਪਾਰਟ ਹੈ ਡੈਂਡਰਾਈਟਸ, ਆਪਾਂ ਪੜ੍ਹਿਆ। ਸੈਂਡ ਇਟ ਅਰਾਊਂਡ ਦਾ ਬੋਡੀ, ਉਸ ਨੂੰ ਬੋਡੀ ਵਿੱਚ ਭੇਜਦਾ ਹੈ। ਪ੍ਰੋਸੈਸਿਸ ਇਨਫੋਰਮੇਸ਼ਨ, ਮੇਕਸ ਡਿਸੀਜ਼ਨ ਬੇਸਡ ਔਨ ਇਨਫੋਰਮੇਸ਼ਨ, ਇਹ ਸਾਰੀ ਇਨਫੋਰਮੇਸ਼ਨ ਬ੍ਰੇਨ ਕੋਲ ਜਾਂਦੀ ਹੈ ਅਤੇ ਡਿਸੀਜ਼ਨ ਬਣਦਾ ਹੈ। ਐਂਡ ਕਨਵੇਜ਼ ਡਿਸੀਜ਼ਨ ਟੂ ਮਸਲ ਫਾਰ ਐਕਸ਼ਨ, ਅਤੇ ਫਿਰ ਮਸਲ ਨੂੰ ਐਕਸ਼ਨ ਲੈਣ ਲਈ ਕਨਵੇ ਕਰਦਾ ਹੈ। ਇਨ ਅਦਰ ਵਰਡਸ, ਵੈਨ ਦਾ ਐਕਸ਼ਨ ਔਰ ਦਾ ਮੂਵਮੈਂਟ ਇਜ਼ ਟੂ ਬੀ ਪਰਫੋਰਮਡ, ਮਸਲ ਟਿਸ਼ੂ ਵਿਲ ਡੂ ਦਾ ਫਾਈਨਲ ਜੋਬ, ਅਤੇ ਮਸਲ ਟਿਸ਼ੂ ਨੇ ਜਿਹੜੇ ਉਹ ਫਾਈਨਲ ਮੂਵਮੈਂਟ ਕਰਦੇ ਹਨ। ਸੋ ਇਸ ਤਰ੍ਹਾਂ ਸਾਡਾ ਬ੍ਰੇਨ ਹੈ ਜਿਹੜਾ ਉਹ ਐਕਸ਼ਨ ਕਰਦਾ ਹੈ। ਸੋ ਇਸ ਨੂੰ ਬੇਟੇ ਧਿਆਨ ਨਾਲ ਸੁਣ ਲੈਣਾ ਹੈ, ਪੜ੍ਹ ਲੈਣਾ ਹੈ। ਈਜ਼ੀ ਲੈਂਗੁਏਜ 'ਚ ਲਿਖਿਆ ਹੋਇਆ, ਤੁਸੀਂ ਸਮਝ ਸਕਦੇ ਹੋ, ਅਤੇ ਇਸ ਦੀ ਵਾਰ-ਵਾਰ ਰਿਵੀਜ਼ਨ ਕਰਨੀ ਹੈ। ਥੈਂਕ ਯੂ, ਹੈਵ ਏ ਨਾਈਸ ਡੇ।